Hello students, we will continue with our lesson second. ਅਸੀਂ ਆਪਣੇ part 1 ਦੇ ਵਿੱਚ ਡਿਸਕਸ ਕੀਤਾ ਹੈਗਾ ਹੈ structure of flower. ਫਿਰ male reproductive organ is known as stamen and female reproductive organ is known as gynoecium. ਤੇ ਅਸੀਂ ਆਪਣਾ male reproductive organ ਜਿਹੜਾ ਹੈ ਉਹਦੇ ਬਾਰੇ ਸਟੱਡੀ ਕੀਤਾ ਸੀਗਾ. Stamen is known as male reproductive organ. ਉਹਦੇ ਦੋ ਪਾਰਟਸ ਹੁੰਦੇ ਆ, anther and filament. ਜਿਹੜਾ anther ਹੈ that is bilobed structure, ਉਹਦੀਆਂ ਦੋ ਲੋਬਸ ਹੁੰਦੀਆਂ ਆ ਐਂਡ ਇੱਕ ਲੌਂਗੀਟਿਊਡਨਲ ਲਾਈਨ ਹੁੰਦੀ ਹੈਗੀ ਆ ਜਿਹੜੀ known as line of dehiscence, ਜਿਹੜੀ ਲੋਬ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕਰਦੀ ਹੈ known as theca. ਔਰ ਜਿਹੜਾ anther ਹੈਗਾ ਆ ਇਟ ਇਜ਼ ਤੁਹਾਡੀ ਬੁੱਕ ਦੇ ਵਿੱਚ ਡਾਇਆਗ੍ਰਾਮ ਵੀ ਹੈਗਾ ਆ TS of young anther. ਔਰ ਪੇਜ ਨੰਬਰ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਪੇਜ ਨੰਬਰ 22 ਦੇ ਵਿੱਚ ਉਹ ਡਾਇਆਗ੍ਰਾਮ ਹੈਗਾ ਆ TS of young anther. ਉਹ ਡਾਇਆਗ੍ਰਾਮ ਤੋਂ ਤੁਹਾਨੂੰ ਕਲੀਅਰ ਹੋ ਜਾਏਗਾ ਕਿ ਜਿਹੜਾ ਐਂਥਰ ਹੈਗਾ ਆ ਉਹਦੇ ਵਿੱਚ 4 ਮਾਈਕਰੋਸਪੋਰੈਂਜੀਆ ਹੁੰਦੇ ਆ ਤੇ ਮਾਈਕਰੋਸਪੋਰੈਂਜੀਆ ਦਾ ਅਸੀਂ ਸਟਰਕਚਰ ਕੀਤਾ ਹੈ ਡਿਸਕਸ. ਉਸ ਤੋਂ ਬਾਅਦ ਜਿਹੜਾ ਸਪੋਰੋਜੀਨਸ ਟਿਸ਼ੂ ਹੁੰਦਾ ਆ ਉਹਦੇ ਹਰ ਇੱਕ ਸੈੱਲ ਜਿਹੜਾ ਆ ਉਹਨੂੰ ਮਾਈਕਰੋਸਪੋਰ ਮਦਰ ਸੈੱਲ ਔਰ ਪੋਲਨ ਮਦਰ ਸੈੱਲ PMC ਕਹਿੰਦੇ ਆ. ਐਂਡ ਮਾਈਕਰੋਸਪੋਰੋਜੀਨੇਸਿਸ ਪ੍ਰੋਸੈਸ ਦੇ ਦੁਆਰਾ ਪੋਲਨ ਮਦਰ ਸੈੱਲ ਤੋਂ ਮਾਈਕਰੋਸਪੋਰਸ ਜਿਹੜੇ ਆ ਉਹ ਬਣਦੇ ਆ. ਹੁਣ ਜਿਹੜੇ ਮਾਈਕਰੋਸਪੋਰਸ ਹੈਗੇ ਆ ਦੇ ਆਰ ਅਰੇਂਜਡ ਇਨ ਅ ਕਲਸਟਰ ਆਫ 4 ਸੈਲਸ ਨੋਨ ਐਜ਼ ਮਾਈਕਰੋਸਪੋਰ ਟੈਟਰਮ. ਤੇ ਜਦੋਂ ਐਂਥਰ ਮੈਚੁਰ ਹੁੰਦਾ ਆ, ਡੀਹਾਈਡਰੇਟ ਹੁੰਦਾ ਆ, ਤਾਂ ਉਦੋਂ ਜਿਹੜੀ ਮਾਈਕਰੋਸਪੋਰਸ ਜਿਹੜਾ ਮਾਈਕਰੋਸਪੋਰ ਟੈਟਰਡ ਦੇ ਵਿੱਚ ਡੈਸੋਸ਼ੀਏਟ ਇੱਕ ਅਲੱਗ-ਅਲੱਗ ਹੋ ਜਾਂਦੇ ਹੈਗੇ ਆ from each other and develop into the pollen grains or microspores. ਉਸ ਤੋਂ ਬਾਅਦ ਅਸੀਂ ਨੈਕਸਟ ਆਪਣਾ ਟੌਪਿਕ ਡਿਸਕਸ ਕੀਤਾ ਸੀਗਾ ਪੋਲਨ ਗ੍ਰੇਨ ਦੇ ਬਾਰੇ. ਪੋਲਨ ਗ੍ਰੇਨ ਨੋਨ ਐਜ਼ ਮਾਈਕਰੋਸਪੋਰ. ਉਹਦਾ ਪੋਲਨ ਗ੍ਰੇਨ ਦਾ ਜਿਹੜਾ ਸ਼ੇਪ ਕੀ ਹੋ ਜਾਈ ਆ ਦੈਟ ਸਫੈਰਿਕਲ ਹੈਗਾ ਆ ਔਰ ਸਾਈਜ਼ 25 to 50 ਮਾਈਕਰੋਮੀਟਰ ਹੈਗਾ ਆ. ਪੋਲਨ ਗ੍ਰੇਨ ਜਿਹੜਾ ਹੈਗਾ ਆ ਉਹਦੀਆਂ ਦੋ ਲੇਅਰਸ ਹੁੰਦੀਆਂ ਆ. Outer is exine and inner one is known as intine. Exine ਜਿਹੜੀ layer ਹੈਗੀ ਉਹ sporopollenin ਦੀ ਬਣੀ ਹੁੰਦੀ ਹੈ that is most resistant material or that can withstand high temperature and strong acids. ਔਰ sporopollenin ਦੀ presence ਕਰਕੇ ਹੀ ਜਿਹੜਾ pollen grain ਹੈਗਾ ਆ ਉਹਨੂੰ ਅਸੀਂ preserve ਕਰ ਸਕਦੇ ਹਾਂ. ਤੇ ਇਹ ਜਿਹੜੀ exine ਆ ਉਹਦੇ ਵਿੱਚ ਕਈ ਜਗ੍ਹਾ ਤੇ apertures ਹੁੰਦੇ ਆ known as germ pores. ਤੇ ਜਦੋਂ ਜਿਹੜਾ pollen grain ਹੈ ਉਹ germinate ਕਰਦਾ ਆ ਤੇ ਉਹਨਾਂ ਜਿਹੜੇ ਅਪਰਚਰਸ ਹੈ ਜਰਮ ਪੋਰਸ ਉੱਥੋਂ ਪੋਲਨ ਟਿਊਬਸ ਨਿਕਲਦੀਆਂ ਆ. ਜਿਹੜਾ ਇੰਟਾਈਨ ਲੇਅਰ ਇਨਰ ਲੇਅਰ ਹੈਗੀ ਆ ਉਹ ਕੰਟੀਨਿਊਸ ਲੇਅਰ ਹੈਗੀ ਹੈ ਔਰ ਥਿਨ ਲੇਅਰ ਹੈਗੀ ਹੈ. ਤੇ ਉਸ ਤੋਂ ਬਾਅਦ ਨਿਊਕਲੀਅਸ ਹੈ, ਇਹਦੇ ਅੰਦਰ ਸਾਈਟੋਪਲਾਜ਼ਮ ਹੈਗਾ ਪੋਲਨ ਗ੍ਰੇਨ ਦੇ ਵਿੱਚ. ਤੇ ਜਦੋਂ ਪੋਲਨ ਗ੍ਰੇਨ ਮੈਚੁਰ ਹੁੰਦਾ ਆ ਤਾਂ ਉਹਦੇ ਤੋਂ 2 ਸੈਲਸ ਵਿੱਚੋਂ 2 ਸੈਲਸ ਉਹਦੇ ਵਿੱਚ ਹੁੰਦੇ ਆ. ਵੱਡਾ ਜਿਹੜਾ ਹੁੰਦਾ ਆ ਦੈਟ ਇਜ਼ ਨੋਨ ਐਜ਼ ਜਿਹੜਾ ਬਿਗ ਵਾਲਾ ਸੈਲ ਹੈਗਾ ਆ that is known as vegetative cell and small one is known as generative cell. ਹੁਣ ਪੋਲਨਸ ਜਿਹੜੇ ਹੈਗੇ ਆ ਮੈਚੁਰ ਹੋ ਗਏ, ਉਹਨਾਂ ਵਿੱਚ 2 ਸੈਲਸ ਹੋ ਗਏ ਵੈਜੀਟੇਟਿਵ ਸੈਲ ਐਂਡ ਜਨਰੇਟਿਵ ਸੈਲ. ਇਹਨਾਂ ਅਸੀਂ ਆਪਣੀ ਪਾਰਟ 1 ਜਿਹੜਾ ਲੈਕਚਰ ਹੈਗਾ ਉਹਦੇ ਵਿੱਚ ਡਿਸਕਸ ਕਰ ਲਿਆ ਸੀਗਾ. ਹੁਣ pollen grains of many species they cause severe allergies and chorionic respiratory disorders like asthma and bronchitis. ਇੱਕ ਪਲਾਂਟ ਹੈਗਾ ਆ ਜਿਹਨੂੰ ਕੈਰਟ ਗ੍ਰਾਸ, ਉਹਦਾ ਬੋਟੈਨੀਕਲ ਨੇਮ ਹੈਗਾ ਆ ਪਾਰਥੀਨੀਅਮ, ਜਿਹਨੂੰ ਅਸੀਂ ਕਾਂਗਰਸ ਬੂਟੀ ਵੀ ਕਹਿੰਦੇ ਹਾਂ. ਜਦੋਂ ਫੋਰਨ ਕੰਟਰੀ ਦੇ ਵਿੱਚੋਂ ਵੀਡ ਇੰਪੋਰਟ ਕੀਤੀ ਗਈ ਸੀਗੀ ਤਾਂ ਉਦੋਂ ਇਹ ਜਿਹੜੀ ਵੀਡ ਹੈ ਨਾਲ ਹੀ ਆ ਗਈ ਸੀਗੀ. ਹੁਣ ਤੁਸੀਂ ਇਹਨੂੰ ਆਮ ਤੌਰ ਤੇ ਬਹੁਤ ਜ਼ਿਆਦਾ ਸਾਡੇ ਇੱਥੇ ਇੰਡੀਆ ਦੇ ਵਿੱਚ ਇਹ ਵਾਲੀ ਵੀਡ ਪਾਈ ਜਾਂਦੀ ਹੈ ਔਰ ਇਹਦੇ ਪੋਲਨਸ ਤੋਂ ਵੀ ਪੋਲਨ ਐਲਰਜੀ ਹੋ ਜਾਂਦੀ ਹੈ. ਜਿਹੜੇ ਪੋਲਨ ਗ੍ਰੇਨਸ ਹੈਗੇ ਆ ਦੇ ਆਰ ਰਿਚ ਇਨ ਨਿਊਟ੍ਰੀਐਂਟਸ. ਇਸ ਕਰਕੇ ਰੀਸੈਂਟ ਈਅਰਸ ਦੇ ਵਿੱਚ ਇਟ ਬਿਕਮ ਟੂ ਯੂਜ਼ ਪੋਲਨ ਟੈਬਲੇਟਸ ਐਸ ਪੋਲਨ ਫੂਡ ਸਪਲੀਮੈਂਟਸ ਦੇ ਤੌਰ ਤੇ ਪੋਲਨ ਟੈਬਲੇਟਸ ਜਿਹੜੀਆਂ ਆ ਉਹਨਾਂ ਨੂੰ ਯੂਜ਼ ਕੀਤਾ ਜਾਂਦਾ ਹੈਗਾ ਆ. ਤੇ ਜਿਹੜੇ ਐਥਲੀਟਸ ਹੈਗੇ ਆ, ਦੌੜਾਕ ਹੈਗੇ ਆ ਤੇ ਜਿਹੜੇ ਰੇਸ ਹਾਰਸਿਸ ਆ ਉਹਨਾਂ ਦੀ ਪਰਫਾਰਮੈਂਸ ਨੂੰ ਵੀ ਇਨਕਰੀਜ਼ ਕਰਨ ਦੇ ਲਈ ਜਿਹੜੀ ਇਹ ਪੋਲਨ ਜਿਹੜੇ ਹੈਗੇ ਆ ਉਹ ਕੰਜ਼ਿਊਮ ਕਰਦੇ ਹੈਗੇ ਆ. ਹੁਣ ਪੋਲਨ ਜਿਹੜੇ ਹੈਗੇ ਆ ਐਂਥਰ ਦੇ ਵਿੱਚੋਂ ਦੀ ਜਦੋਂ ਉਹ ਸ਼ੈਡ ਹੋ ਗਏ, ਐਂਥਰ ਦੇ ਵਿੱਚੋਂ ਦੀ ਉਹ ਜਦੋਂ ਬਾਹਰ ਨਿਕਲੇ ਹੈਗੇ ਆ ਤਾਂ ਉਹਨਾਂ ਦਾ
ਕੁਝ ਵਾਇਬਿਲਿਟੀ ਪੀਰੀਅਡ ਹੁੰਦਾ ਆ ਜਿਸ ਪੀਰੀਅਡ ਤੱਕ ਉਹ ਐਕਟਿਵ ਰਹਿੰਦੇ ਆ, ਉਹ ਜਰਮੀਨੇਟ ਹੋ ਸਕਦੇ ਹੈਗੇ ਆ ਜਦੋਂ ਉਹ ਸਟਿਗਮਾ ਤੇ ਪਹੁੰਚਣਗੇ ਬਿਫੋਰ, ਠੀਕ ਹੈ, ਤੇ ਉਦੋਂ ਉਸ ਤੋਂ ਬਾਅਦ ਉਹਨਾਂ ਦੀ ਫਰਟੀਲਾਈਜੇਸ਼ਨ ਹੋਏਗੀ। ਜਿਹੜੀ ਇਹ ਪੀਰੀਅਡ ਆਫ ਵਾਇਬਿਲਿਟੀ ਹੈਗੀ ਆ ਪੋਲਨਸ ਦੀ, ਇਹ ਡਿਪੈਂਡ ਕਰਦੀ ਆ ਹਿਊਮਿਡਿਟੀ ਐਂਡ ਟੈਂਪਰੇਚਰ ਤੇ। ਜਿਵੇਂ ਰਾਈਸ ਹੈ, ਵੀਟ ਹੈ, ਇਹਨਾਂ ਦੇ ਵਿੱਚ ਕੀ ਹੁੰਦਾ ਹੈ ਕਿ ਪੋਲਨਸ ਜਿਹੜੇ ਹੈਗੇ ਉਹ ਜਦੋਂ ਐਂਥਰ ਦੇ ਵਿੱਚੋਂ ਦੀ ਉਹ ਬਾਹਰ ਨਿਕਲਦੇ ਆ, ਸ਼ੈਡ ਆਫ ਹੁੰਦੇ ਆ, ਤਾਂ 30 ਮਿੰਟ ਤੋਂ ਬਾਅਦ ਉਹਨਾਂ ਦੀ ਵਾਇਬਿਲਿਟੀ ਉਹ ਆਪਣੀ ਲੂਜ਼ ਕਰ ਜਾਂਦੇ ਆ, ਕਿ ਮਤਲਬ 30 ਮਿੰਟ ਦੇ ਵਿੱਚ ਉਹ ਜਿਹੜੇ ਹੈਗੇ ਆ ਜੇ ਸਟਿਗਮਾ ਤੇ ਲੈਂਡ ਕਰ ਗਏ ਔਰ ਪੋਲਨ ਜਰਮੀਨੇਟ ਹੋ ਗਿਆ, ਫਿਰ ਉਹ ਫਰਟੀਲਾਈਜੇਸ਼ਨ ਪ੍ਰੋਸੈਸ ਹੋਏਗੀ। ਜੇ 30 ਮਿੰਟ ਤੋਂ ਜ਼ਿਆਦਾ ਹੋ ਗਏ ਤਾਂ ਫਿਰ ਇਹ ਆਪਣੀ ਵਾਇਬਿਲਿਟੀ ਲੂਜ਼ ਕਰ ਜਾਂਦੇ ਆ, ਫਿਰ ਇਹ ਨਹੀਂ ਜਰਮੀਨੇਟ ਕਰਨਗੇ। ਤੇ ਜਿਹੜੇ ਪੋਲਨਸ ਹੈਗੇ ਆ, ਲਾਰਜ ਨੰਬਰ ਆਫ ਸਪੀਸੀਜ਼ ਆਫ ਪਲਾਂਟਸ ਹੈਗੇ, ਉਹਨਾਂ ਦੇ ਪੋਲਨਸ ਨੂੰ ਹੰਡਰਡਸ ਆਫ ਇਅਰਸ ਤੱਕ ਸਟੋਰ ਕੀਤਾ ਜਾ ਸਕਦਾ ਹੈ ਲਿਕੁਇਡ ਨਾਈਟ੍ਰੋਜਨ ਵਿੱਚ -196 ਡਿਗਰੀ ਸੈਲਸੀਅਸ ਟੈਂਪਰੇਚਰ ਤੇ। ਔਰ ਇਹਨਾਂ ਜਿਹੜੇ ਪੋਲਨਸ ਹੈਗੇ ਆ ਜਿਨ੍ਹਾਂ ਨੂੰ ਅਸੀਂ ਇਸ ਤਰ੍ਹਾਂ ਲਿਕੁਇਡ ਨਾਈਟ੍ਰੋਜਨ ਦੇ ਵਿੱਚ ਸਟੋਰ ਕਰਕੇ ਅਸੀਂ ਪੋਲਨ ਬੈਂਕਸ ਦੇ ਵਿੱਚ ਰੱਖ ਸਕਦੇ ਹਾਂ, ਤੇ ਜਦੋਂ ਫਿਰ ਸਾਨੂੰ ਉਹਨਾਂ ਦੀ ਜ਼ਰੂਰਤ ਹੈਗੀ ਆ ਤਾਂ ਅਸੀਂ ਪੋਲਨਸ ਜਿਹੜੇ ਹੈਗੇ ਆ ਉਹਨਾਂ ਦੀ ਅੱਗੇ ਪੋਲੀਨੇਸ਼ਨ ਕਰਵਾ ਕੇ ਤੇ ਫਿਰ ਅਸੀਂ ਫਰਟੀਲਾਈਜੇਸ਼ਨ ਪ੍ਰੋਸੈਸ ਅਸੀਂ ਕਰਵਾ ਸਕਦੇ ਹਾਂ। ਸੋ ਸਟੂਡੈਂਟਸ, ਇਹ ਤੁਹਾਡਾ ਅੱਜ ਦਾ ਕੁਝ ਟੌਪਿਕ ਸੀਗਾ ਜਿਹੜਾ ਮੈਂ ਮੇਲ ਰੀਪਰੋਡਕਟਿਵ ਆਰਗਨ ਆਫ ਫਲਾਵਰ ਜਿਹੜਾ ਹੈਗਾ ਸਟੇਮਨ, ਉਹਦੇ ਬਾਰੇ ਡਿਸਕਸ ਕੀਤਾ, ਉਹਦਾ ਸਟਰਕਚਰ ਹੋ ਗਿਆ, ਤੇ ਪੋਲਨਸ ਜਿਹੜੇ ਹੈਗੇ ਆ ਉਹ ਮਾਈਕਰੋਸਪੋਰੋਜੀਨੇਸਿਸ ਪ੍ਰੋਸੈਸ ਨਾਲ ਪੋਲਨ ਮਦਰ ਸੈਲਸ ਤੋਂ ਬਣਦੇ ਹੈਗੇ ਆ। ਤੇ ਪੋਲਨਸ ਜਿਹੜਾ ਆ ਉਹਦਾ ਮੈਂ ਤੁਹਾਨੂੰ ਸਟਰਕਚਰ ਦੱਸਿਆ ਹੈਗਾ ਆ ਕਿ 2 ਲੇਅਰਸ ਹੁੰਦੀਆਂ, ਐਗਜ਼ਾਈਨ ਐਂਡ ਐਂਟਾਈਨ, ਤੇ ਮੈਚੁਰ ਹੋ ਜਾਂਦਾ ਜਦੋਂ ਪੋਲਨ ਤਾਂ 2 ਸੈਲਸ ਬਣ ਜਾਂਦੇ ਹੈਗੇ ਆ, ਜਨਰੇਟਿਵ ਸੈਲ ਐਂਡ ਵੈਜੀਟੇਟਿਵ ਸੈਲ। ਤੇ ਉਸ ਤੋਂ ਬਾਅਦ ਪੋਲਨਸ ਨੂੰ ਅਸੀਂ ਜਿਹੜਾ ਪ੍ਰੀਜ਼ਰਵ ਕਰਕੇ ਵੀ ਰੱਖ ਸਕਦੇ ਹਾਂ ਆਪਣੇ ਪੋਲਨ ਬੈਂਕਸ ਦੇ ਵਿੱਚ, ਤੇ ਜਦੋਂ ਨੀਡ ਹੈਗੀ ਆ ਤੇ ਫਿਰ ਅਸੀਂ ਉਸ ਤੋਂ ਅੱਗੇ ਪੋਲੀਨੇਸ਼ਨ ਐਂਡ ਦੈਨ ਫਰਟੀਲਾਈਜੇਸ਼ਨ ਪ੍ਰੋਸੈਸ ਕਰਵਾ ਕੇ ਤੇ ਅਸੀਂ ਜਿਹੜਾ ਹੈਗਾ ਆ ਨਿਊ ਪਲਾਂਟ ਜਿਹੜਾ ਆ ਉਹ ਗਰੋ ਕਰ ਸਕਦੇ ਹਾਂ। ਥੈਂਕ ਯੂ ਸੋ ਮਚ ਸਟੂਡੈਂਟਸ, ਗੁੱਡ ਲੱਕ।